ਓਮ ਸ਼ਾਂਤੀ। ਅੱਜ ਸੁਣਦੇ ਹਾਂ 26 ਜੁਲਾਈ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਡਬਲ ਸਿਰਤਾਜ ਬਣਨ ਦੇ ਲਈ ਹਿੰਸਾ ਛੱਡਣੀ ਹੈ। ਅਨਨੋਨ ਵਾਰੀਅਸ ਬਣ ਮਾਇਆ ਦੁਸ਼ਮਣ ਤੇ ਜਿੱਤ ਪਾਉਣੀ ਹੈ। ਪ੍ਰਸ਼ਨ ਹੈ, ਛੋਟਾ ਮੂੰਹ ਵੱਡੀ ਗੱਲ। ਇਹ ਕਹਾਵਤ ਕਿਸ ਦੇ ਲਈ ਤੇ ਕਿਉਂ ਮਸ਼ਹੂਰ ਹੈ? ਛੋਟਾ ਮੂੰਹ ਵੱਡੀ ਗੱਲ, ਇਹ ਕਹਾਵਤ ਕਿਸ ਦੇ ਲਈ ਤੇ ਕਿਉਂ ਮਸ਼ਹੂਰ ਹੈ? ਉੱਤਰ, ਇਹ ਕਹਾਵਤ ਪਰਮਪਿਤਾ ਪਰਮਾਤਮਾ ਦੇ ਲਈ ਹੈ। ਕਿਵੇਂ ਉਹ ਸਾਧਾਰਨ ਤਨ ਵਿੱਚ ਬੈਠ ਛੋਟੇ ਮੂੰਹ ਦੁਆਰਾ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਸੁਣਾਉਂਦੇ ਨੇ। ਗਰੀਬ ਨਿਵਾਜ਼ ਬਾਪ ਤੁਹਾਨੂੰ ਗਰੀਬ ਤੋਂ ਸਾਹੂਕਾਰ ਬਣਾ ਦਿੰਦੇ ਨੇ। ਤੁਸੀਂ ਬੱਚੇ ਵੀ ਕਹਿੰਦੇ ਹੋ, ਅਸੀਂ ਜ਼ਬਰਦਸਤ ਵਾਰੀਅਸ ਹਾਂ। ਅਸੀਂ ਰਾਵਣ ਤੇ ਜਿੱਤ ਪਾ ਕੇ ਸਾਰੇ ਵਿਸ਼ਵ ਤੇ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਇਹ ਵੀ ਜਿਵੇਂ ਛੋਟਾ ਮੂੰਹ ਵੱਡੀ ਗੱਲ ਹੋਈ। ਮਨੁੱਖ ਇਹਨਾਂ ਗੱਲਾਂ ਨੂੰ ਸੁਣ ਕੇ ਹੱਸਦੇ ਨੇ, ਸਮਝ ਨਹੀਂ ਸਕਦੇ। ਤੁਹਾਡੇ ਵਰਗੀਆਂ ਗੱਲਾਂ ਕਰਨਾ ਕਿਸੇ ਨੂੰ ਆਵੇਗਾ ਵੀ ਨਹੀਂ। ਗੀਤ ਹੈ, ਆਖਿਰ ਉਹ ਦਿਨ ਆਇਆ ਅੱਜ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ, ਅਰਥ ਵੀ ਸਮਝਿਆ, ਨਿਸ਼ਚੇ ਵੀ ਬੈਠਿਆ। ਜਿਸ ਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ, ਉਹ ਬਾਬਾ ਹੁਣ ਆਇਆ ਹੋਇਆ ਹੈ। ਪਤਿਤ ਪਾਵਨ ਦੇ ਨਾਲ ਗਰੀਬ ਨਿਵਾਜ਼ ਅੱਖਰ ਵੀ ਆ ਜਾਂਦਾ ਹੈ। ਇਸ ਸਮੇਂ ਸਾਰੀ ਦੁਨੀਆ ਨਰਕ ਹੈ। ਗਰੀਬ ਵੀ ਬਹੁਤ ਨੇ। ਸਾਰੀ ਸ੍ਰਿਸ਼ਟੀ ਹੀ ਗਰੀਬ ਹੈ। ਐਵੇਂ ਨਾ ਸਮਝੋ ਰਸ਼ੀਆ ਅਮਰੀਕਾ ਸਾਹੂਕਾਰ ਨੇ, ਨਹੀਂ। ਜਾਣਦੇ ਹੋ, ਇਹਨਾਂ ਕੋਲ ਜੋ ਕੁਝ ਥੋੜਾ ਹੈ, ਸਵਰਗ ਦੇ ਮੁਕਾਬਲੇ ਕੁਝ ਵੀ ਨਹੀਂ। ਭਾਵੇਂ ਸਾਰੇ ਸਾਧਨ ਵੈਭਵ ਇਕੱਠੇ ਕੀਤੇ ਜਾਣ ਤਾਂ ਵੀ ਸਵਰਗ ਦੇ ਮੁਕਾਬਲੇ ਕੁਝ ਵੀ ਨਹੀਂ। ਭਾਵੇਂ ਲਿਖਦੇ ਨੇ ਕਿ ਚਾਈਨਾ ਇੰਨਾ ਮਿਲੀਅਨ ਪੌਂਡ ਸੋਨਾ ਖਰੀਦ ਸਕਦਾ ਹੈ, ਐਵੇਂ ਤਾਂ ਅਮਰੀਕਾ ਵੀ ਬਹੁਤ ਸਾਹੂਕਾਰ ਹੈ। ਪਰ ਤੁਸੀਂ ਬੱਚੇ ਜਾਣਦੇ ਹੋ, ਸਾਡੀ ਜੋ ਰਾਜਧਾਨੀ ਮਤਲਬ ਸਵਰਾਜ ਸਥਾਪਨ ਹੋ ਰਿਹਾ ਹੈ, ਉਸ ਦੇ ਅੱਗੇ ਇਹ ਕੁਝ ਵੀ ਨਹੀਂ। ਐਨਾ ਸਭ ਹੁੰਦੇ ਵੀ ਗਰੀਬ ਨੇ। ਸਵਰਗ ਦੇ ਮੁਕਾਬਲੇ ਇਹ ਸਾਰਾ ਵਿਸ਼ਵ ਹੀ ਗਰੀਬ ਹੈ। ਇਸ ਬਾਪ ਦਾ ਨਾਮ ਹੈ ਗਰੀਬ ਨਿਵਾਜ਼। ਭਾਰਤ ਹੀ ਸਵਰਗ ਵਿੱਚ ਕਿੰਨਾ ਧਨਵਾਨ ਸੀ। ਤੁਲਨਾ ਕੀਤੀ ਜਾਂਦੀ ਹੈ, ਹੁਣ ਤਾਂ ਕੀ ਹਾਲਤ ਹੈ। ਗਰੀਬ ਨਿਵਾਜ਼ ਬਾਬਾ ਤੁਹਾਡੇ ਸਾਹਮਣੇ ਬੈਠੇ ਨੇ, ਤੁਹਾਨੂੰ ਸਵਰਗ ਦਾ ਵਰਸਾ ਦੇਣ ਆਏ ਨੇ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਕਿੰਨਾ ਸਾਹੂਕਾਰ ਬਣਾਉਂਦੇ ਨੇ। ਅਸੀਂ ਮਹਾਰਾਜਾ ਮਹਾਰਾਣੀ ਕਿੰਨੇ ਸਾਹੂਕਾਰ ਹੁੰਦੇ ਹਾਂ। ਭਗਤੀ ਮਾਰਗ ਵਿੱਚ ਕਿੰਨੇ ਆਲੀਸ਼ਾਨ ਮੰਦਰ ਬਣਾਉਂਦੇ ਹਾਂ। ਬਾਪ ਦਾ ਗਰੀਬ ਨਿਵਾਜ਼ ਨਾਮ ਸ਼ੋਭਦਾ ਹੈ ਨਾ। ਉਹ ਹੈ ਹੀ ਨਵੀਂ ਦੁਨੀਆ। ਇਹ ਹੈ ਪੁਰਾਣੀ ਦੁਨੀਆ। ਸਮਝਦੇ ਨੇ ਪੁਰਾਣੀ ਦੁਨੀਆ ਦੇ ਮਨੁੱਖ ਕੀ ਹੋ ਕੇ ਗਏ ਨੇ। ਸਵਰਗ ਤਾਂ ਸੁੱਖ ਦਾ ਭੰਡਾਰ ਹੈ। ਕੋਈ ਤਾਂ ਇਸ ਦੁੱਖ ਦੀ ਦੁਨੀਆ ਨੂੰ ਬਦਲਣ ਵਾਲਾ ਹੈ ਨਾ। ਕਿਵੇਂ ਬਦਲਦੇ ਨੇ ਉਹ ਵੀ ਹੁਣ ਤੁਸੀਂ ਜਾਣਦੇ ਹੋ। ਕੋਈ ਝਗੜਾ ਲੜਾਈ ਆਦਿ ਦੀ ਗੱਲ ਨਹੀਂ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਦੇ ਦਿੱਤਾ। ਦੁਨੀਆ ਨੂੰ ਪਲਟਣ ਵਾਲਾ ਕ੍ਰਿਸ਼ਨ ਹੋ ਨਹੀਂ ਸਕਦਾ। ਦੁਨੀਆ ਨੂੰ ਪਲਟਾਉਣ ਵਾਲਾ ਗੋਡ ਕਿਹਾ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਬਾਪ ਸਾਨੂੰ ਕੀ ਤੋਂ ਕੀ ਬਣਾ ਰਹੇ ਨੇ। ਅਸੀਂ ਤਾਂ ਕੁਝ ਵੀ ਨਹੀਂ ਜਾਣਦੇ ਸੀ। ਬਰੋਬਰ ਅਸੀਂ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਬਣਦੇ ਹਾਂ। ਨਾਮ ਹੀ ਹੈ ਗੋਲਡਨ ਏਜ, ਸੋਨੇ ਦੀ ਦੁਨੀਆ। ਦੁਆਰਿਕਾ ਨੂੰ ਵੀ ਸੋਨੇ ਦੀ ਕਹਿੰਦੇ ਨੇ। ਦੁਆਰਿਕਾ ਮਾਨਾ ਸਾਰਾ ਸ਼ਹਿਰ ਸੋਨੇ ਦਾ। ਜ਼ਰੂਰ ਇੰਨਾ ਅਥਾ ਧਨ ਵੀ ਤਾਂ ਹੋਵੇਗਾ। ਬੱਚਿਆਂ ਨੇ ਸਾਖਸ਼ਾਤਕਾਰ ਵੀ ਕੀਤਾ ਹੈ। ਬਾਬਾ ਕਹਿੰਦੇ ਨੇ ਜਿੰਨਾ ਤੁਸੀਂ ਅੱਗੇ ਜਾਓਗੇ ਓਨਾ ਘੜੀ ਘੜੀ ਸਾਖਸ਼ਾਤਕਾਰ ਹੋਣਗੇ। ਆਪਣੇ ਦੇਸ਼ ਦੇ ਨੇੜੇ ਆਉਂਦੇ ਨੇ। ਦਿਲ ਵਿੱਚ ਆਉਂਦਾ ਹੈ ਨਾ ਕਿ ਬਸ ਹੁਣੇ ਜਾ ਕੇ ਪਹੁੰਚਾਂਗੇ। ਤੁਸੀਂ ਜਾਣਦੇ ਹੋ ਇਹ ਲੜਾਈ ਜ਼ਰੂਰ ਲੱਗੇਗੀ। ਤਾਂ ਹੀ ਤਾਂ ਪੁਰਾਣੀ ਦੁਨੀਆ ਦਾ ਵਿਨਾਸ਼ ਹੋਵੇਗਾ। ਜਿਵੇਂ ਵੇਖੋ, ਦਿੱਲੀ ਪੁਰਾਣੀ ਸੀ, ਹੁਣ ਨਵੀਂ ਬਣਾਈ ਹੈ। ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆ ਕਬਰਿਸਤਾਨ ਹੈ। ਫਿਰ ਪਰਿਸਥਾਨ ਬਣਨਾ ਹੈ। ਬਾਬਾ ਸਾਨੂੰ
ਨਵੀਂ ਦੁਨੀਆ ਦਾ ਵਰਸਾ ਦੇ ਰਹੇ ਨੇ। ਭਾਰਤ ਅੱਜ ਉਹ ਦਿਨ ਆਇਆ ਜੋ ਗਰੀਬ ਭਾਰਤ ਨੂੰ ਬਾਪ ਤੋਂ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਮਿਲਦੀ ਹੈ। ਨਵੀਂ ਦਿੱਲੀ ਸਾਰੀ ਨਹੀਂ ਕਹਾਂਗੇ, ਨਵੀਂ ਦੁਨੀਆ ਵਿੱਚ ਨਵੀਂ ਦਿੱਲੀ ਕਹਾਂਗੇ। ਗਾਂਧੀ ਜੀ ਕਹਿੰਦੇ ਸੀ, ਹੁਣ ਵੀ ਕਹਿੰਦੇ ਨੇ ਕਿ ਰਾਮ ਰਾਜ ਹੋਵੇ। ਸਮਝਾਣਾ ਚਾਹੀਦਾ ਹੈ ਜ਼ਰੂਰ, ਹਾਲੇ ਰਾਵਣ ਰਾਜ ਨੇ। ਕਹਿੰਦੇ ਨੇ ਫਲਾਣਾ ਸਵਰਗ ਪਧਾਰਿਆ, ਜ਼ਰੂਰ ਪਹਿਲੇ ਉਹ ਨਰਕ ਵਿੱਚ ਹੈ ਨਾ। ਸਵਰਗ ਵਿੱਚ ਇਹ ਅੱਖਰ ਨਹੀਂ ਕਹਾਂਗੇ। ਇੱਥੇ ਜਿਵੇਂ ਸਵਰਗ ਨੂੰ ਯਾਦ ਕਰਨਾ ਹੈ, ਉਵੇਂ ਬਾਪ ਨੂੰ ਯਾਦ ਕਰਨਾ ਹੈ। ਕੋਈ ਮਰਦਾ ਹੈ, ਕਹਿੰਦੇ ਨੇ ਹੈਵਨਲੀ ਅਬਰੋਡ। ਉਸ ਹੈਵਨ ਵਿੱਚ ਕਿਹੜਾ ਧਰਮ ਨਿਵਾਸ ਕਰਦਾ ਹੈ? ਗੋਡ ਫਾਦਰ ਹੀ ਹੈਵਨ ਸਥਾਪਨ ਕਰਦੇ ਨੇ। ਤੁਸੀਂ ਵੇਖਦੇ ਹੋ ਬੈਠੇ ਕਿਵੇਂ ਸਧਾਰਨ ਰੀਤੀ ਨਾਲ ਹੈ। ਡਰਾਮਾ ਦੇ ਰਾਜ ਨੂੰ ਤੁਸੀਂ ਜਾਣਦੇ ਹੋ। ਜੋ ਸੀਨ ਇਸ ਸਮੇਂ ਚਲਦੀ ਹੈ, ਬਾਅਦ ਵਿੱਚ ਰਿਪੀਟ ਹੁੰਦੀ ਹੈ, ਫਿਰ 5000 ਵਰ੍ਹੇ ਬਾਅਦ ਰਿਪੀਟ ਹੋਏਗੀ। ਕ੍ਰਾਈਸਟ ਨੂੰ ਕ੍ਰੋਸ ਤੇ ਚੜ੍ਹਾਇਆ, ਪਾਸਟ ਹੋ ਗਿਆ। ਇਹ ਹੈ ਵਰਲਡ ਦੀ ਹਿਸਟਰੀ ਜੋਗ੍ਰਾਫੀ ਜੋ ਫਿਰ ਤੋਂ ਰਿਪੀਟ ਹੋਏਗੀ। ਕ੍ਰਿਸਚਨ ਧਰਮ ਨਹੀਂ ਹੋਏਗਾ, ਫਿਰ ਤੋਂ ਕ੍ਰਾਈਸਟ ਆ ਕੇ ਸਥਾਪਨ ਕਰਨਗੇ। ਇਹ ਗੱਲਾਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ। ਬਾਪ ਕਹਿੰਦੇ ਨੇ ਮੈਂ ਫਿਰ ਤੋਂ 5000 ਵਰ੍ਹੇ ਬਾਅਦ ਰਾਜਯੁਗ ਸਿਖਾਣ ਆਇਆ। ਟੀਚਰ ਕਹਿਣਗੇ ਨਾ, ਅਸੀਂ ਤੁਹਾਨੂੰ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਰਾਜ ਸੁਣਾ ਰਿਹਾ ਹਾਂ। ਇਹ ਨੌਲੇਜ ਸਿਵਾਏ ਪਰਮ ਪਿਤਾ ਪਰਮਾਤਮਾ ਦੇ ਹੋਰ ਕੋਈ ਦੇ ਨਹੀਂ ਸਕਦਾ। ਇਹ ਗੱਲਾਂ ਸ਼ਾਸਤਰਾਂ ਵਿੱਚ ਵੀ ਨਹੀਂ। ਇਹ ਸਮਝਦੇ ਥੋੜੀ ਨੇ। ਕ੍ਰਾਈਸਟ ਫਿਰ 3000 ਵਰ੍ਹੇ ਬਾਅਦ ਆਵੇਗਾ। ਹੁਣ 2000 ਵਰ੍ਹੇ ਹੋਏ ਨੇ, 5000 ਵਰ੍ਹੇ ਦਾ ਹਿਸਾਬ ਹੋ ਗਿਆ ਨਾ। ਪਰ ਕਿਸੇ ਦੀ ਬੁੱਧੀ ਵਿੱਚ ਬੈਠਦਾ ਥੋੜੀ ਹੈ। ਤੁਸੀਂ ਬੱਚੇ ਜਾਣਦੇ ਹੋ ਫਿਰ ਤੋਂ ਸਵਰਗ ਸਥਾਪਨ ਹੋ ਰਿਹਾ ਹੈ। ਕੋਈ ਲੜਾਈ ਆਦਿ ਨਹੀਂ। ਬਾਪ ਹਿੰਸਾ ਥੋੜੀ ਨਾ ਕਰਾਂਗੇ। ਤੁਸੀਂ ਬਾਪ ਦੁਆਰਾ ਡਬਲ ਅਹਿੰਸਕ ਬਣ ਡਬਲ ਸਿਰਤਾਜਦਾਰੀ ਬਣ ਰਹੇ ਹੋ। ਬਾਬਾ ਨੇ ਕਿਹਾ ਕਾਮ ਮਹਾਸ਼ਤਰੂ ਹੈ। ਉਸ ਨੂੰ ਜਿੱਤਣ ਨਾਲ ਤੁਸੀਂ ਪਵਿੱਤਰ ਦੁਨੀਆ ਦੇ ਮਾਲਿਕ ਬਣੋਗੇ। ਸਮੇਂ ਹੁਣ ਉਹੀ ਹੈ। ਸਰਕਮਸਟਾਂਸਸ ਵੀ ਵੇਖਦੇ ਜਾ ਰਹੇ ਹੋ। ਇਹ ਭਾਰਤ ਦੀ ਲੜਾਈ 5000 ਵਰ੍ਹੇ ਪਹਿਲੇ ਵੀ ਲੱਗੀ ਸੀ। ਹੁਣ ਫਿਰ ਕਿਸ ਦੀ ਜਿੱਤ ਹੋਈ? ਯਾਦਵ ਕੌਰਵ ਖਲਾਸ ਹੋਏ। ਫਿਰ ਰਿਜ਼ਲਟ ਕੀ ਨਿਕਲੀ? ਕੁਝ ਵੀ ਖਾਂਦੇ ਨਹੀਂ। ਬਾਪ ਆਏ, ਮਹਾਭਾਰਤ ਲੜਾਈ ਲੱਗੀ। ਫਿਰ ਕੀ ਹੋਇਆ? ਵਿਖਾਂਦੇ ਨੇ ਪਾਂਡਵ ਗਲ ਮਰੇ ਪਹਾੜਾਂ ਤੇ। ਕੁੱਤਾ ਵੀ ਨਾਲ ਦੇ ਦਿੱਤਾ। ਸਮਝਦੇ ਕੁਝ ਨਹੀਂ। ਬੇਖਤ ਦਾ ਕਿੰਨਾ ਵੱਡਾ ਚੱਕਰ ਹੈ। ਕਿੰਨੇ ਧਰਮ ਨੇ। ਤੁਹਾਡੀ ਬੁੱਧੀ ਵਿੱਚ ਨਟ ਸ਼ੈਲ ਵਿੱਚ ਸਾਰਾ ਰਾਜ ਹੈ। ਪਹਿਲੇ ਪਹਿਲੇ ਤੁਸੀਂ ਬਹੁਤ ਸਾਹੂਕਾਰ ਸੀ, ਹੁਣ ਤਾਂ ਗਰੀਬ ਹੋ। ਹੁਣ ਤਾਂ ਮਨੁੱਖ ਬਹੁਤ ਵੱਧ ਗਏ ਨੇ। ਆਖਰਿਨ ਇਹ ਸਮਝਦੇ ਹੋ, ਬੋਲਦੇ ਵੀ ਨੇ। ਸਰਕਮਸਟਾਂਸਸ ਅਜਿਹੇ ਹੋ ਗਏ ਨਾ। ਤੁਸੀਂ ਇਹ ਵੀ ਜਾਣਦੇ ਹੋ ਅਸੀਂ ਸ਼੍ਰੀਮਤ ਤੇ ਚੱਲ ਸ੍ਰੇਸ਼ਟ ਤੇ ਸ੍ਰੇਸ਼ਟ ਰਾਜਧਾਨੀ ਸਥਾਪਨ ਕਰ ਰਹੇ ਹਾਂ। ਕਲਪ ਪਹਿਲੇ ਦੀ ਤਰ੍ਹਾਂ ਇਹ ਨਸ਼ਾ ਚੜਿਆ ਰਹਿਣਾ ਚਾਹੀਦਾ ਹੈ। ਗੁਪਤ ਅਨਨੋਨ ਵਾਰੀਅਸ ਕਹਿੰਦੇ ਨੇ ਨਾ। ਤੁਸੀਂ ਅਸਲ ਵਿੱਚ ਸੱਚੇ ਅਨਨੋਨ ਹੋ, ਗੁਪਤ ਹੋ, ਪਰੰਤੂ ਵੈਰੀ ਵੈਲ ਨੋਨ ਵੀ ਹੋ, ਪ੍ਰਸਿੱਧ ਵੀ ਹੋ। ਉਹ ਕਹਿੰਦੇ ਨੇ ਅਨਨੋਨ ਵਾਰੀਅਸ। ਫਿਰ ਐਨੇ ਵੈਲ ਨੋਨ ਹੋ, ਵੱਡੇ ਆਦਮੀ ਵੀ ਜਾਣਦੇ ਨੇ ਫੁੱਲ ਚੜ੍ਹਾਣ। ਤੁਸੀਂ ਵੀ ਕਿੰਨੇ ਵੈਲ ਨੋਨ ਬੰਦੇ ਹੋ। ਤੁਹਾਡੇ ਉੱਪਰ ਕਿੰਨੇ ਫੁੱਲ ਚੜ੍ਹਾਣਗੇ, ਕਿੰਨੇ ਮੰਦਰ ਬਣਾਉਣਗੇ, ਹਾਲੇ ਤੁਹਾਨੂੰ ਕੋਈ ਜਾਣਦਾ ਹੀ ਨਹੀਂ। ਉਹ ਤਾਂ ਬੰਦੂਕ ਆਦਿ ਨਾਲ ਮਾਰੇ ਜਾਂਦੇ ਨੇ। ਤੁਸੀਂ ਭਾਰਤ ਨੂੰ ਸਵਰਗ ਬਣਾ ਦਿੰਦੇ ਹੋ। ਫਿਰ ਤੁਸੀਂ ਵਿਸ਼ਨੂਮਾਲਾ ਰੁਦਰਮਾਲਾ ਵਿੱਚ ਪਿਰੋਏ ਜਾਂਦੇ ਹੋ। ਪਰੰਤੂ ਇਹ ਵੀ ਕੋਈ ਨਹੀਂ ਸਮਝਦਾ ਸ਼ਿਵ ਸ਼ਕਤੀ ਪਾਂਡਵ ਸੈਨਾ ਨੇ ਕੀ ਕੀਤਾ ਸੀ। ਹੁਣ ਵੀ ਨਹੀਂ ਜਾਣਦੇ ਤੁਸੀਂ ਕੀ ਕਰ ਰਹੇ ਹੋ। ਤੁਸੀਂ ਕਿੰਨੇ ਜ਼ਬਰਦਸਤ ਵਾਰੀਅਸ ਹੋ। ਤੁਹਾਡੀ ਵਾਰ ਕਿਸ ਦੇ ਨਾਲ ਹੈ? ਰਾਵਣ ਦੇ ਨਾਲ।
ਤੁਸੀਂ ਕਿਸੇ ਨੂੰ ਕਹੋਗੇ ਅਸੀਂ ਯੁੱਧ ਦੇ ਮੈਦਾਨ ਵਿੱਚ ਹਾਂ, ਸੁਣ ਕੇ ਹੱਸਣਗੇ। ਕਹਿੰਦੇ ਨੇ ਨਾ, ਛੋਟਾ ਮੂੰਹ ਵੱਡੀ ਗੱਲ ਕਰਦੇ ਨੇ। ਅਸੀਂ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਤੁਹਾਡੇ ਵਰਗੀਆਂ ਗੱਲਾਂ ਹੋਰ ਕਿਸੇ ਨੂੰ ਕਰਨੀਆਂ ਨਹੀਂ ਆਉਣਗੀਆਂ। ਬੇਖਤ ਦਾ ਬਾਪ ਆ ਕੇ ਇਹ ਛੋਟੇ ਮੂੰਹ ਨਾਲ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ। ਉਹ ਕ੍ਰਿਸ਼ਨ ਦੇ ਲਈ ਕਹਿਣਗੇ ਛੋਟਾ ਮੂੰਹ ਵੱਡੀ ਗੱਲ, ਪਰ ਕ੍ਰਿਸ਼ਨ ਤਾਂ ਹੈ ਹੀ ਛੋਟਾ। ਬੱਚੇ ਦਾ ਮੂੰਹ ਜ਼ਰੂਰ ਛੋਟਾ ਹੋਵੇਗਾ ਨਾ। ਮੂੰਹ ਛੋਟਾ, ਗੱਲ ਵੱਡੀ। ਇਹ ਪਰਮ ਪਿਤਾ ਪਰਮਾਤਮਾ ਦੇ ਲਈ ਕਹਿੰਦੇ ਨੇ। ਬਾਬਾ ਗਰੀਬ ਨਿਵਾਜ਼ ਹੈ। ਸਭ ਨੂੰ ਆ ਕੇ ਕਿੰਨਾ ਸਾਹੂਕਾਰ ਬਣਾ ਦਿੰਦੇ ਨੇ। ਪੁਰਾਣੇ ਸਰੀਰ ਵਿੱਚ ਆਉਂਦੇ ਨੇ। ਤੁਸੀਂ ਵੀ ਗਰੀਬ, ਭਾਰਤ ਵੀ ਗਰੀਬ, ਉਹਨਾਂ ਦਾ ਹੀ ਬਾਬਾ ਗਰੀਬ ਨਿਵਾਜ਼ ਆ ਕੇ ਬਣਦੇ ਨੇ। ਤੁਸੀਂ ਕਹਿੰਦੇ ਹੋ ਬਾਬਾ ਨਰਕ ਨੂੰ ਆ ਕੇ ਸਵਰਗ ਬਣਾਉਂਦੇ ਹੋ। ਕਿੰਨੀਆਂ ਵੱਡੀਆਂ ਗੂੜੀਆਂ ਗੱਲਾਂ ਨੇ। ਕਹਿੰਦੇ ਨੇ ਭਾਰਤ ਨੂੰ ਸਵਰਗ ਕਿਵੇਂ ਬਣਾਵਾਂਗਾ, ਇਹ ਕਿਵੇਂ ਹੋ ਸਕਦਾ ਹੈ। ਨੌਲੇਜ ਵੇਖੋ ਕਿਵੇਂ ਦਾ ਹੈ। ਪੜ੍ਹਾਉਂਦੇ ਕੌਣ ਨੇ। ਤੁਸੀਂ ਪਦਵੀ ਕਿੰਨੀ ਉੱਚੀ ਪਾਉਂਦੇ ਹੋ। ਬੈਠੇ ਤੁਸੀਂ ਵੇਖੋ ਕਿਵੇਂ ਹੋ। ਵੰਡਰ ਹੈ ਨਾ। ਕਲਪ ਕਲਪ ਐਵੇਂ ਹੀ ਹੋਵੇਗਾ। ਸ਼ੁਰੂ ਤੋਂ ਲੈ ਕੇ ਜੋ ਹੋਇਆ, ਬਾਪ ਜਿਵੇਂ ਆਇਆ ਉਹੀ ਰਿਪੀਟ ਹੋਵੇਗਾ। ਇਹਨਾਂ ਨੂੰ ਬੈਠ ਸਮਝਾਉਂਦੇ ਨੇ। ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਮੈਂ ਆ ਕੇ ਦੱਸਦਾ ਹਾਂ। ਨਿਸ਼ਚੇ ਵੀ ਉਹਨਾਂ ਨੂੰ ਬੈਠੇਗਾ ਜਿਨ੍ਹਾਂ ਨੂੰ ਕਲਪ ਪਹਿਲੇ ਬੈਠਿਆ ਹੋਵੇਗਾ। ਮਾਇਆ ਵੀ ਘੱਟ ਨਹੀਂ ਹੈ। ਨਿਸ਼ਚੇ ਕਰ ਦੂਜਿਆਂ ਨੂੰ ਨਿਸ਼ਚੇ ਬਿਠਾਉਂਦੇ, ਫਿਰ ਵੀ ਮਾਇਆ ਸੰਸ਼ੇ ਬੁੱਧੀ ਬਣਾ ਦਿੰਦੀ ਹੈ। ਹੋਰ ਫਿਰ ਜੋ ਵੀ ਸੰਸ਼ੇ ਬੁੱਧੀ ਹੋ ਕੇ ਗਏ ਉਹਨਾਂ ਨੂੰ ਫਿਰ ਨਿਸ਼ਚੈ ਬੁੱਧੀ ਵਿੱਚ ਲੈ ਆਉਂਦੇ ਨੇ। ਸਮਝ ਵਿੱਚ ਆਉਂਦਾ ਹੈ ਨਾ। ਬਰੋਬਰ ਬਾਪ ਦੀ ਨੌਲੇਜ ਬੜੀ ਵੰਡਰਫੁਲ ਹੈ। ਇਸ ਲਈ ਕਿਹਾ ਜਾਂਦਾ ਭਗਵਾਨ ਦੀ ਗਤਮਤ ਭਗਵਾਨ ਹੀ ਜਾਣੇ। ਗਰੀਬ ਨਿਵਾਜ਼ ਬਾਪ ਆ ਕੇ ਕਿੰਨਾ ਸਾਹੂਕਾਰ ਬਣਾਉਂਦੇ ਨੇ। ਸਾਰੇ ਵਿਸ਼ਵ ਨੂੰ ਪਲਟਾਉਂਦੇ ਨੇ। ਉਸ ਨੂੰ ਰੈਜ਼ੋਨੇਟ ਕਰ ਕਾਇਆ ਕਲਪਤਰੂ ਵੀ ਕਰ ਦਿੰਦੇ ਨੇ। ਪਰਿਵਰਤਨ ਕਰ ਕਾਇਆ ਕਲਪਤਰੂ ਕਰ ਦਿੰਦੇ ਨੇ। ਤੁਹਾਡੀ ਕਾਇਆ ਕਿਵੇਂ ਫਸਟ ਕਲਾਸ ਬਣ ਜਾਂਦੀ ਹੈ, ਤੁਸੀਂ ਸਮਝਦੇ ਹੋ। ਬਰੋਬਰ ਸਤਯੁਗ ਵਿੱਚ ਸਾਡੀ ਉਮਰ ਵੱਡੀ ਸੀ। ਇੱਕ ਸਰੀਰ ਛੱਡ ਦੂਜਾ ਲੈਂਦੇ ਸੀ। ਇੱਥੇ ਵੇਖੋ ਕੀ ਹਾਲ ਹੋ ਗਿਆ ਹੈ। ਮੌਤ ਤੋਂ ਡਰਦੇ ਰਹਿੰਦੇ ਨੇ। ਤੁਸੀਂ ਬੱਚਿਆਂ ਨੂੰ ਸਾਖਸ਼ਾਤਕਾਰ ਵੀ ਕਰਵਾਇਆ ਹੈ। ਤੁਸੀਂ ਜੰਗਲ ਵਿੱਚ ਜਾਂਦੇ ਹੋ, ਕੋਈ ਤੁਹਾਡੇ ਸਾਹਮਣੇ ਆਉਂਦੇ ਨੇ, ਉਹਨਾਂ ਨੂੰ ਸਾਖਸ਼ਾਤਕਾਰ ਹੋ ਜਾਂਦਾ ਹੈ। ਇਹ ਤਾਂ ਦੇਵੀ ਹੈ। ਝੱਟ ਭੱਜ ਜਾਂਦੇ ਨੇ। ਬਾਬਾ ਬੱਚਿਆਂ ਦੀ ਕਿੰਨੀ ਸੰਭਾਲ ਕਰਦੇ ਨੇ। ਇਸ ਲਈ ਤੁਹਾਡਾ ਨਾਂ ਰੱਖਿਆ ਸ਼ਕਤੀਆਂ। ਤੁਹਾਡੇ ਤੋਂ ਹੋਰ ਸਭ ਮਨੁੱਖ ਡਰਨਗੇ। ਕਾਲੀ ਤੋਂ ਕਿੰਨਾ ਡਰਦੇ ਨੇ। ਭਿਆਨਕ ਰੂਪ ਦਿਖਾਉਂਦੇ ਨੇ ਨਾ। ਇਹ ਵੀ ਸਾਖਸ਼ਾਤਕਾਰ ਹੋਇਆ। ਕੋਈ ਚੋਰ ਸਾਹਮਣੇ ਆਉਂਦਾ ਹੈ, ਕਾਲੀ ਦਾ ਰੂਪ ਵੇਖ ਕੇ ਭੱਜ ਜਾਂਦਾ ਹੈ। ਕਿੰਨੀ ਸੰਭਾਲ, ਕਿੰਨੀ ਰੱਖਿਆ ਕਰਦੇ ਨੇ। ਕਿਸ ਤੋਂ? ਮਾਇਆ ਰਾਵਣ ਤੋਂ। ਤੁਹਾਨੂੰ ਤਰੀਕੇ ਦੱਸਦੇ ਰਹਿੰਦੇ ਨੇ। ਤੁਹਾਨੂੰ ਤਰੀਕੇ ਦੱਸਦੇ ਰਹਿੰਦੇ ਨੇ। ਬਾਪ ਨੂੰ ਯਾਦ ਕਰਦੇ ਰਹੋਗੇ, ਮਾਇਆ ਕੋਲ ਆਉਣ ਦਾ ਨਾਮ ਵੀ ਨਹੀਂ ਲਏਗੀ। ਇਸ ਲਈ ਬਾਪ ਸਮਝਾਉਂਦੇ ਨੇ ਆਪਣੇ ਕੋਲ ਚਾਰਟ ਜ਼ਰੂਰ ਰੱਖੋ। ਤੁਹਾਡੀ ਹੀ ਰੇਸ ਹੈ। ਰੇਸ ਵੀ ਜਦੋਂ ਹੁੰਦੀ ਹੈ ਉਹਨਾਂ ਦੀ ਦੇਖ ਰੇਖ ਕਰਨ ਵਾਲੇ ਵੀ ਹੁੰਦੇ ਨੇ। ਕਿਧਰੇ ਕੋਈ ਗੜਬੜ ਤਾਂ ਨਹੀਂ ਕਰਦੇ। ਤੁਹਾਨੂੰ ਤਾਂ ਸ਼੍ਰੀਮਤ ਤੇ ਚੱਲਣਾ ਹੈ। ਇਸ ਲਈ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ। ਮਾਇਆ ਬਹੁਤ ਵਿਕਲਪ ਲਿਆਏਗੀ। ਸਮਝਣਗੇ ਪਹਿਲੇ ਤਾਂ ਅਜਿਹੇ ਖਿਆਲ ਵੀ ਨਹੀਂ ਆਏ। ਹੁਣ ਬੁੱਢਾ ਹੋ ਗਿਆ ਫਿਰ ਅਜਿਹੇ ਵਿਕਲਪ ਕਿਉਂ ਆਉਂਦੇ ਨੇ। ਸੁਪਨੇ ਵੀ ਬਹੁਤ ਆਉਂਦੇ ਰਹਿਣਗੇ। ਮਾਇਆ ਦੇ ਤੂਫਾਨਾਂ ਤੋਂ ਡਰਨਾ ਨਹੀਂ ਹੈ। ਕਾਮ ਅਗਨੀ ਨਾਲ ਕਦੇ ਜਲਣਾ ਨਹੀਂ ਹੈ। ਬਾਬਾ ਨੇ ਸਮਝਾਇਆ। ਇਸ ਵਕਤ ਸਭ ਕਾਮ ਚਿਤਾ ਤੇ ਬੈਠ ਜਲ ਮਰੇ ਨੇ। ਗੰਦ ਕਰਦੇ ਰਹਿੰਦੇ ਨੇ। ਵਿਲਾਇਤ ਵਿੱਚ 4-5 ਬੱਚੇ ਪੈਦਾ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਨੇ। ਅਖਬਾਰਾਂ ਵਿੱਚ ਅਜਿਹੇ ਬਹੁਤ ਸਮਾਚਾਰ ਆਉਂਦੇ ਨੇ। ਬਾਬਾ ਤੁਹਾਨੂੰ ਸਾਰੀ ਦੁਨੀਆ ਦਾ ਸਮਾਚਾਰ ਸੁਣਾਉਂਦੇ ਨੇ। ਕੀ ਹੋ ਰਿਹਾ ਹੈ ਰੇਡੀਓ ਤੋਂ ਪਤਾ ਚੱਲਦਾ ਹੈ। ਕਿਤੇ ਜ਼ੋਰ ਨਾਲ ਲੜਾਈ ਤਾਂ ਨਹੀਂ ਲੱਗੀ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਹੁਤ ਸਾਹੂਕਾਰ ਬਣ ਰਹੇ ਹਾਂ। ਸਵਰਗ ਦੇ ਮਾਲਿਕ ਬਣਦੇ ਹਾਂ।
ਪਰਜਾ ਵੀ ਉੱਥੇ ਬਹੁਤ ਸਾਹੂਕਾਰ ਹੁੰਦੀ ਹੈ। ਉਹਨਾਂ ਦੇ ਲਈ ਕੋਈ ਅਪ੍ਰਾਪਤ ਚੀਜ਼ ਨਹੀਂ ਰਹਿੰਦੀ ਜਿਸ ਦੇ ਲਈ ਇਨਵੈਂਸ਼ਨ ਆਦਿ ਕੱਢਣ। ਕ੍ਰਿਸ਼ਨ ਤਾਂ ਬਹੁਤ ਸਾਹੂਕਾਰ ਹੈ। ਸ਼ਿਵ ਬਾਬਾ ਕੋਲ ਪੈਸਾ ਆਦਿ ਹੈ ਕਿ ਕ੍ਰਿਸ਼ਨ ਤਾਂ ਵੈਕੁੰਠ ਦਾ ਮਾਲਿਕ ਹੈ। ਤੁਸੀਂ ਜਾਣਦੇ ਹੋ ਸਾਡੀ ਏਮ ਆਬਜੈਕਟ ਕਿੰਨੀ ਵੱਡੀ ਹੈ। ਇਹ ਲక్ష్ਮੀ ਨਾਰਾਇਣ ਬਰੋਬਰ ਮਹਾਰਾਜਾ ਮਹਾਰਾਣੀ ਸੀ, ਹੁਣ ਨਹੀਂ। ਹੁਣ ਫਿਰ ਬਾਪ ਅਜਿਹਾ ਬਣਾ ਰਹੇ ਨੇ। ਹੁਣ ਤੁਸੀਂ ਕਿੰਨੇ ਗਰੀਬ ਹੋ, ਕਿੰਨੇ ਪਹਿਲੇ ਸਾਹੂਕਾਰ ਸੀ। ਤੁਹਾਨੂੰ ਇਹਨਾਂ ਲక్ష్ਮੀ ਨਾਰਾਇਣ ਦੀ ਹਿਸਟਰੀ ਜੀਓਗ੍ਰਾਫੀ ਦਾ ਪਤਾ ਹੈ। ਅਜਿਹਾ ਕੋਈ ਮਨੁੱਖ ਹੋਵੇਗਾ ਜਿਸ ਨੂੰ ਆਪਣੇ 84 ਜਨਮਾਂ ਦਾ ਪਤਾ ਹੋਵੇ। ਹੁਣ ਤੁਹਾਨੂੰ ਕਿੰਨੀ ਉੱਚੀ ਸਿੱਖਿਆ ਮਿਲਦੀ ਹੈ। ਦੱਸਣ ਵਾਲਾ ਹੈ ਇੱਕ ਬਾਪ। ਉਹਨਾਂ ਦੇ ਕਿੰਨੇ ਮੰਦਰ ਬਣਾਉਂਦੇ ਨੇ। ਤੁਸੀਂ ਕਹੋਗੇ ਅਸੀਂ ਰਾਜ ਕੀਤਾ ਸੀ, ਸਾਡੇ ਕਿੰਨੇ ਮੰਦਰ ਬਣੇ ਹੋਏ ਨੇ। ਸਾਰਾ ਦਿਨ ਇਹਨਾਂ ਗੱਲਾਂ ਵਿੱਚ ਰਮਨ ਕਰਦੇ ਖੁਸ਼ ਰਹਿਣਾ ਚਾਹੀਦਾ ਹੈ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਮਾਇਆ ਦੇ ਤੂਫਾਨਾਂ ਤੋਂ ਡਰਨਾ ਨਹੀਂ ਹੈ। ਯਾਦ ਦੀ ਰੇਸ ਕਰਨੀ ਹੈ। ਯਾਦ ਦਾ ਚਾਰਟ ਰੱਖਣਾ ਹੈ। ਯਾਦ ਹੀ ਸੇਫਟੀ ਦਾ ਸਾਧਨ ਹੈ। ਦੂਜਾ, ਸ਼੍ਰੀਮਤ ਤੇ ਅਸੀਂ ਸ੍ਰੇਸ਼ਟ ਰਾਜਧਾਨੀ ਸਥਾਪਨ ਕਰ ਰਹੇ ਹਾਂ। ਅਸੀਂ ਅਨਨੋਨ ਲੇਕਿਨ ਵੈਰੀ ਵੈਲ ਨੋਨ ਵਾਰੀਅਸ ਹਾਂ। ਗੁਪਤ ਲੇਕਿਨ ਪ੍ਰਤੱਖ ਵਾਰੀਅਸ ਹਾਂ। ਇਸ ਰੂਹਾਨੀ ਨਸ਼ੇ ਵਿੱਚ ਰਹਿਣਾ ਹੈ। ਵਰਦਾਨ ਹੈ, ਪਰਮਾਤਮ ਪਿਆਰ ਦੀ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਕਰਨ ਵਾਲੇ ਪਦਮਾ ਪਦਮ ਭਾਗਯਵਾਨ ਭਵ। ਪਰਮਾਤਮ ਪਿਆਰ ਦੀ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਕਰਨ ਵਾਲੇ ਪਦਮਾ ਪਦਮ ਭਾਗਯਵਾਨ ਭਵ। ਪਦਮਾ ਪਦਮ ਭਾਗਯਵਾਨ ਬੱਚੇ ਸਦਾ ਪਰਮਾਤਮ ਪਿਆਰ ਵਿੱਚ ਲਵਲੀਨ ਰਹਿੰਦੇ ਨੇ। ਪਰਮਾਤਮ ਪਿਆਰ ਦੀ ਸ਼ਕਤੀ ਕਿਸੇ ਵੀ ਪਰਿਸਥਿਤੀ ਨੂੰ ਸ੍ਰੇਸ਼ਟ ਸਥਿਤੀ ਵਿੱਚ ਬਦਲ ਦਿੰਦੀ ਹੈ। ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਨੇ। ਮੁਸ਼ਕਿਲ ਸਹਿਜ ਹੋ ਜਾਂਦੀ ਹੈ ਕਿਉਂਕਿ ਬਾਪ ਦਾਦਾ ਦਾ ਵਾਅਦਾ ਹੈ ਹਰ ਸਮੱਸਿਆ ਨੂੰ ਪਾਰ ਕਰਨ ਵਿੱਚ ਪ੍ਰੀਤ ਦੀ ਰੀਤ ਨਿਭਾਉਂਦੇ ਰਹਿਣਗੇ। ਲੇਕਿਨ ਕਦੇ ਕਦੇ ਪ੍ਰੀਤ ਕਰਨ ਵਾਲੇ ਨਹੀਂ ਬਣਨਾ, ਸਦਾ ਪ੍ਰੀਤ ਨਿਭਾਉਣ ਵਾਲੇ ਬਣਨਾ। ਸਲੋਗਨ ਹੈ, ਆਪਣੇ ਸ੍ਰੇਸ਼ਟ ਕਰਮ ਸ੍ਰੇਸ਼ਟ ਚਲਨ ਦੁਆਰਾ ਦੁਆਵਾਂ ਜਮ੍ਹਾਂ ਕਰ ਲਓ। ਪਹਾੜ ਵਰਗੀ ਗੱਲ ਵੀ ਰੂਈ ਦੀ ਤਰ੍ਹਾਂ ਅਨੁਭਵ ਹੋਏਗੀ। ਆਪਣੇ ਸ੍ਰੇਸ਼ਟ ਕਰਮ ਸ੍ਰੇਸ਼ਟ ਚਲਨ ਦੁਆਰਾ ਦੁਆਵਾਂ ਜਮ੍ਹਾਂ ਕਰ ਲਓ। ਪਹਾੜ ਵਰਗੀ ਗੱਲ ਵੀ ਰੂਈ ਦੀ ਤਰ੍ਹਾਂ ਰੂਹ ਦੀ ਤਰ੍ਹਾਂ ਅਨੁਭਵ ਹੋਏਗੀ। ਅੱਛਾ, ਓਮ ਸ਼ਾਂਤੀ।